ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ। ਪ੍ਰਭੂ ਯਿਸੂ ਜੀ, ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਲਈ ਤੁਹਾਡਾ ਸ਼ੁਕਰਗੁਜ਼ਾਰ ਕਰਦੇ। ਜੋ ਵੀ ਪ੍ਰਭੂ ਤੁਹਾਡੇ ਵਚਨ ਚੋਂ ਅਸੀਂ ਸਿੱਖਣ ਲਈ ਜਾ ਰਹੇ, ਪ੍ਰਭੂ ਤੁਸੀਂ ਸਾਡੀ ਮਦਦ ਤੇ ਸਹਾਇਤਾ ਕਰਨਾ ਤਾਂ ਕਿ ਅਸੀਂ ਤੁਹਾਡੇ ਵਚਨ ਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਬਸਰ ਕਰ ਸਕੀਏ। ਯਿਸੂ ਮਸੀਹ ਨਾਸਰ ਦੇ ਨਾਮ 'ਚ ਆਮੀਨ। ਹਾਲੇਲੂਇਆ। ਖੁਦਾਵੰਦ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਧੰਨਵਾਦ ਕਰਦੇ ਹਾਂ ਕਿ ਪ੍ਰਭੂ ਬਹੁਤ ਹੀ ਪਿਆਰ ਨਾਲ ਪ੍ਰੇਮ ਪਰਮੇਸ਼ਵਰ ਤੇ ਬਹੁਤ ਹੀ ਤਰਸ ਨਾਲ ਪ੍ਰੇਮ ਪਰਮੇਸ਼ਵਰ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਆ ਜਾਂਦੇ ਹਾਂ, ਜਦੋਂ ਅਸੀਂ ਪਰਮੇਸ਼ਰ ਯਿਸੂ ਮਸੀਹ ਨੂੰ ਗ੍ਰਹਿਣ ਕਰ ਲੈਂਦੇ ਹਾਂ, ਪਾ ਲੈਂਦੇ ਹਾਂ ਕਿ ਯਿਸੂ ਮਸੀਹ ਨਾਸਰੀ ਹੀ ਸਾਡਾ ਪ੍ਰਭੂ ਹੈ। ਹਾਲੇਲੂਇਆ। ਤੇ ਸਭ ਤੋਂ ਪਹਿਲਾ ਸਟੈਪ ਜਿਹੜਾ ਹੈ, ਹਾਲੇਲੂਇਆ, ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦੇ ਕੇ ਆਪਣੇ ਪਾਪਾਂ ਨੂੰ ਜਿਹੜਾ ਪਛਤਾਪ ਕਰਕੇ ਔਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਅੱਗੇ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਦੇਣਾ। ਪਹਿਲਾ ਸਟੈਪ ਇਹ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਅੱਗੇ ਆਪਣੇ ਗੁਨਾਹਾਂ ਨੂੰ ਰੱਖ ਦੇਣਾ ਕਿ ਪ੍ਰਭੂ ਮੈਂ ਪਾਪੀ ਹਾਂ, ਮੈਂ ਜੋ ਵੀ ਗੁਨਾਹ ਕੀਤੇ ਤੂੰ ਮੈਨੂੰ ਮਾਫ ਕਰ। ਹਾਲੇਲੂਇਆ। ਤਾਂ ਪਰਮੇਸ਼ਰ ਮਾਫ ਕਰ ਦੇ। ਉਸ ਤੋਂ ਬਾਅਦ ਦੂਸਰਾ ਸਟੈਪ ਹੈ ਕਿ ਜਦੋਂ ਅਸੀਂ ਬੈਪਤਿਜ਼ਮ ਲੈ ਕੇ ਔਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਬੈਪਤਿਜ਼ਮ ਲੈ ਕੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਆਪਣੀਆਂ ਜ਼ਿੰਦਗੀਆਂ ਜੋੜ ਲੈਂਦੇ ਹਾਂ, ਤਾਂ ਇਹ ਦੂਸਰਾ ਸਟੈਪ ਹੈ ਕਿ ਅਸੀਂ ਸ਼ੁਰੂਆਤ ਜਿਹੜੀ ਹੈ ਪਰਮੇਸ਼ਰ ਦੇ ਨਾਲ ਕਰਦੇ ਹਾਂ। ਹਾਲੇਲੂਇਆ। ਇਹ ਬਹੁਤ ਹੀ ਦੋ ਗੱਲਾਂ ਜਿਹੜੀਆਂ ਸਾਡੇ ਲਈ ਬਹੁਤ ਹੀ ਜ਼ਰੂਰੀ ਆ। ਸਭ ਤੋਂ ਪਹਿਲਾਂ ਕਿ ਅਸੀਂ ਪਛਤਾਪ ਕਰਕੇ ਆਪਣੇ ਗੁਨਾਹਾਂ ਨੂੰ ਮੰਨ ਕੇ ਛੱਡ ਦੇਣਾ ਯਿਸੂ ਮਸੀਹ ਦੇ ਅੱਗੇ, ਤਾਂ ਪ੍ਰਭੂ ਦੀ ਕਿਰਪਾ ਸਾਡੇ ਉੱਪਰ ਹੋ ਜਾਂਦੀ ਹੈ। ਸੈਕੰਡ ਕਿ ਅਸੀਂ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਅਸੀਂ ਬੈਪਤਿਜ਼ਮ ਲੈ ਕੇ ਔਰ ਪ੍ਰਭੂ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਗੁਜ਼ਾਰਨਾ ਸ਼ੁਰੂ ਕਰਨੀ ਆ। ਇਹ ਦੋ ਸਟੈਪ ਜਿਹੜੇ ਸਭ ਤੋਂ ਪਹਿਲਾਂ ਬਹੁਤ ਹੀ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜੀ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਜਿਹੜੀਆਂ ਬਤੀਤ ਕਰਨੀਆਂ ਅਸੀਂ ਸ਼ੁਰੂ ਕਰ ਦੇਣੀਆਂ। ਹਾਲੇਲੂਇਆ। ਔਰ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਆਪਣੀ ਜਿਹੜੀ ਜ਼ਿੰਦਗੀਆਂ ਜਿਹੜੀਆਂ ਆ ਉਹ ਪਰਮੇਸ਼ਰ ਦੇ ਹੱਥਾਂ 'ਚ ਦੇ ਕੇ ਉਹਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਵਚਨ ਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਬਸਰ ਕਰਨੀਆਂ ਸ਼ੁਰੂ ਕਰਨੀਆਂ। ਮੇਰੇ ਜੀ ਇਹ ਦੋ ਸਟੈਪ ਸਾਡੇ ਲਈ ਸ਼ੁਰੂਆਤ ਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਆ ਮੇਰੇ ਜੀ। ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ। ਪ੍ਰਭੂ ਤੇਰਾ ਸ਼ੁਕਰਗੁਜ਼ਾਰ ਕਰਦੇ, ਤੁਹਾਡਾ ਧੰਨਵਾਦ ਕਰਦੇ ਤੁਹਾਡੇ ਪਿਆਰ ਤੇ ਤੁਹਾਡੀ ਮੁਹੱਬਤ ਲਈ ਪ੍ਰਭੂ। ਹਾਲੇਲੂਇਆ। ਇਹ ਦੋ ਸਟੈਪ ਜਿਹੜੇ ਆ ਕਰਨੇ ਸਾਡੇ ਲਈ ਸ਼ੁਰੂਆਤ ਦੇ ਵਿੱਚ ਇਹ ਬਹੁਤ ਜ਼ਰੂਰੀ ਆ। ਹਾਲੇਲੂਇਆ। ਕਿਉਂਕਿ ਇਹ ਸ਼ੁਰੂਆਤ ਆ। ਹਾਲੇਲੂਇਆ। ਪਰਮੇਸ਼ਰ ਦੇ ਨਾਲ ਤੁਹਾਡੀਆਂ ਜ਼ਿੰਦਗੀਆਂ ਜਿਹੜੀਆਂ ਹਾਲੇਲੂਇਆ ਜੁੜਨੀਆਂ ਚਾਹੀਦੀਆਂ ਮੇਰੇ ਵਿੱਚ। ਇਹ ਦੋ ਸਟੈਪ ਬਹੁਤ ਹੀ ਜ਼ਰੂਰੀ ਆ। ਹਾਲੇਲੂਇਆ। ਤੇ ਅੱਜ ਸਾਡਾ ਵਿਸ਼ਾ ਜਿਹੜਾ ਹੈ ਪਰਮੇਸ਼ਰ ਦੇ ਵਿੱਚ ਕਿ ਵੀ ਜਿੱਥੇ ਵੀ ਤੂੰ ਜਾਵੇਂ ਪ੍ਰਭੂ ਯਿਸੂ ਮਸੀਹ ਪ੍ਰਭੂਆਂ ਦੇ ਪ੍ਰਭੂ ਰਾਜਾਂ ਦੇ ਰਾਜਾ ਤੇਰੇ ਨਾਲ ਹਮੇਸ਼ਾ ਹਨ। ਹਾਲੇਲੂਇਆ। ਜਿੱਥੇ ਕਿਤੇ ਵੀ ਤੂੰ ਜਾਵੇਂ ਪ੍ਰਭੂਆਂ ਦੇ ਪ੍ਰਭੂ ਰਾਜਾਂ ਦੇ ਰਾਜਾ ਯਿਸੂ ਨਾਸਰੀ ਜਿਹੜੇ ਹੈ ਉਹ ਕੀ ਆ, ਹਮੇਸ਼ਾ ਤੇਰੇ ਨਾਲ ਹਨ ਮੇਰੇ ਜੀ। ਹਾਲੇਲੂਇਆ। ਜੋ ਦੋ ਸਟੈਪ ਮੈਂ ਪਹਿਲਾਂ ਦੱਸੇ ਉਹ ਕਰਕੇ ਉਸ ਤੋਂ ਬਾਅਦ ਜਿਹੜੀ ਸਾਡੀ ਜ਼ਿੰਦਗੀ ਜਿਹੜੀ ਆ ਉਹ ਯਿਸੂ ਮਸੀਹ ਨਾਸਰੀ ਦੇ ਨਾਲ ਜਿਹੜੀ ਆ ਜੁੜਨੀ ਸ਼ੁਰੂ ਹੋ ਜਾਂਦੀ, ਚੱਲਣੀ ਸ਼ੁਰੂ ਹੋ ਜਾਂਦੀ ਆ। ਤੇ ਫਿਰ ਪਰਮੇਸ਼ਰ ਦਾ ਵਾਅਦਾ ਆ ਸਾਡੇ ਨਾਲ ਮੇਰੇ ਜੋ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਜਿੱਥੇ ਵੀ ਤੂੰ ਕਿਤੇ ਜਾਵੇਂ ਮੈਂ ਹਮੇਸ਼ਾ ਤੇਰੇ ਨਾਲ ਆ ਮੇਰੇ ਜੀ। ਹਾਲੇਲੂਇਆ। ਇਸ ਕਰਕੇ ਸਾਨੂੰ ਜਿਹੜਾ ਆ ਉਹ ਪਰਮੇਸ਼ਰ ਦੇ ਵਿੱਚ ਅੱਗੇ ਵਧਣ ਦੇ ਲਈ ਹਾਲੇਲੂਇਆ ਦੋ ਸਟੈਪ ਜਿਹੜੇ ਤੁਹਾਨੂੰ ਦੱਸੇ ਪਹਿਲਾਂ ਉਹ ਕਰਨੇ ਬਹੁਤ ਹੀ ਜ਼ਰੂਰੀ ਆ। ਹਾਲੇਲੂਇਆ। ਫਿਰ ਪਰਮੇਸ਼ਰ ਸਾਡੇ ਹਮੇਸ਼ਾ ਸਾਡੇ ਨਾਲ ਆ। ਆਪਾਂ ਦੇਖਾਂਗੇ ਯਹੋਸ਼ੂਆ ਦੀ ਕਿਤਾਬ ਉਹਦਾ 1 ਬਾਬ ਦੀ 4 ਆਇਤ ਆਪਾਂ ਪਰਮੇਸ਼ਰ ਦੇ ਵਚਨ ਚ ਵਿੱਚੋਂ ਦੇਖਣਾ ਹੈ ਕਿ ਲਿਖਿਆ ਕਿ ਇਹ ਭਵਿੱਖਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤਾਂ ਉਹ ਉਸ ਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਤੇ ਤੇਰਾ ਬੋਲਬਾਲਾ ਹੋਵੇਗਾ ਮੇਰੇ ਜੀ। ਹਾਲੇਲੂਇਆ। ਸਭ ਤੋਂ ਪਹਿਲਾਂ ਜਿਹੜਾ ਆ ਉਹ ਯਹੋਸ਼ੂਆ ਦੀ ਕਿਤਾਬ ਉਹਦੀ 4 ਆਇਤ ਦੇ ਵਿੱਚ ਪਹਿਲੇ ਬਾਬ ਦੀ 4 ਆਇਤ ਚ ਲਿਖਿਆ ਕਿ ਇਹ ਭਵਿੱਖਤਾ ਦੀ ਪੋਥੀ ਆ ਜਿਹੜੀ ਭਵਿੱਖਤਾ ਦੀ ਪੋਥੀ ਬਾਈਬਲ ਜਿਹੜੀ ਆ ਲਿਖਿਆ ਕਿ ਇਹ ਭਵਿੱਖਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਕਦੀ ਵੀ ਤੁਸੀਂ ਇਹਦੇ ਤੋਂ ਵੱਖ ਨਹੀਂ ਹੋਣਾ ਮੇਰੇ ਜੀ। ਇਹ ਭਵਿੱਖਤਾ ਦੀ ਪੋਥੀ ਇਹ ਪਰਮੇਸ਼ਰ ਦਾ ਵਚਨ ਆ, ਤੁਸੀਂ ਇਹਦੇ ਤੋਂ ਕਦੀ ਵੀ ਵੱਖ ਨਹੀਂ ਹੋਣਾ ਹੈ, ਸਗੋਂ ਦਿਨ ਰਾਤ ਇਹਦੇ ਉੱਪਰ ਧਿਆਨ ਕਰਕੇ। ਹਾਲੇਲੂਇਆ। ਮੈਂ ਫਿਰ ਤੋਂ ਪੜ੍ਹਦਾ ਹਾਂ, ਇਹ ਭਵਿੱਖਤਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਕਦੀ ਵੱਖਰੀ ਨਹੀਂ ਹੋਈ, ਕਦੀ ਵੀ ਤੁਸੀਂ ਇਹ ਤੋਂ ਜੁਦਾ ਨਹੀਂ ਹੋਣਾ। ਇਹਨੂੰ ਪੜ੍ਹਨਾ ਤੇ ਸਮਝਣਾ ਤੇ ਇਹਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਨੀ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਸਗੋਂ ਤੂੰ ਦਿਨ ਰਾਤ ਉਸ ਉੱਤੇ ਕੀ ਕਰਨਾ, ਧਿਆਨ ਕਰਨਾ। ਦਿਨ ਰਾਤ। ਹਾਲੇਲੂਇਆ। ਦਿਨ ਵੀ ਤੇ ਰਾਤ ਵੀ ਉਹਦੇ ਉੱਤੇ ਧਿਆਨ ਰੱਖਣਾ ਹੈ। ਮੈਂ ਮੰਨਦਾ ਕਿ ਅਸੀਂ ਕੰਮ ਧੰਦੇ ਵੀ ਕਰ ਰਹੇ ਹਾਂ, ਪਰ ਕੰਮ ਧੰਦੇ ਕਰਦੇ ਕਰਦੇ ਵੀ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਆ ਪੁਕਾਰਦੇ ਰਹਿਣਾ ਮੇਰੇ ਜੀਜੋ।
ਕੰਮ ਧੰਦੇ ਕਰਦੇ ਕਰਦੇ ਵੀ ਅਸੀਂ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਪੁਕਾਰਦੇ ਰਹਿਣਾ। ਭਾਵੇਂ ਤੁਸੀਂ ਰਸੋਈ ਦੇ ਵਿੱਚ ਕੰਮ ਕਰਦੇ ਆ, ਭਾਵੇਂ ਤੁਸੀਂ ਬਾਹਰ ਫੈਕਟਰੀ 'ਚ ਕੰਮ ਕਰਦੇ ਆ, ਜਾਂ ਤੁਸੀਂ ਗੱਡੀ ਚਲਾਉਂਦੇ ਆ, ਕਿਸੇ ਤਰ੍ਹਾਂ ਵੀ ਪਰਮੇਸ਼ਰ ਨੂੰ ਦਿਨ ਰਾਤ, ਪਰਮੇਸ਼ਰ ਦੇ ਵਚਨ ਲਿਖਿਆ ਦਿਨ ਰਾਤ ਉਸ ਉੱਤੇ ਕੀ ਕਰਨਾ, ਧਿਆਨ ਕਰਨਾ ਹੈ ਮੇਰੇ ਜੀਜੋ। ਹਾਲੇਲੂਇਆ। ਸਗੋਂ ਤੂੰ ਦਿਨ ਰਾਤ ਉਸ ਉੱਤੇ ਕੀ ਕਰਨਾ, ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ, ਜੋ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੋ ਤੇ ਉਸ ਨੂੰ ਪੂਰਾ ਕਰੋ, ਤਾਂ ਤੂੰ ਆਪਣੇ ਮਾਰਗ ਨੂੰ ਕੀ ਕਰੇਗਾ, ਸਫਲ ਬਣਾਏਗਾ ਅਤੇ ਤੇਰਾ ਬੋਲਬਾਲਾ ਹੋਏਗਾ। ਫਿਰ ਮੇਰੇ ਜੀਜੋ ਤੁਹਾਡਾ ਜਿਹੜਾ ਮਾਰਗ ਹੈ ਉਹ ਸਫਲ ਹੋਏਗਾ, ਫਿਰ ਤੂੰ ਆਪਣੇ ਮਾਰਗ ਨੂੰ ਸਫਲ ਬਣਾਏਗਾ ਮੇਰੇ ਜੀਜੋ। ਹਾਲੇਲੂਇਆ। ਜਦੋਂ ਇਹ ਵਿਸ਼ਾ ਦੀ ਪੋਥੀ ਜਿਹੜੀ ਆ ਤੁਹਾਡੇ ਮੂੰਹ ਤੋਂ ਵੱਖਰੀ ਨਹੀਂ ਹੁੰਦੀ ਹੈ, ਦਿਨ ਰਾਤ ਜਦੋਂ ਅਸੀਂ ਉਹਦੇ ਉੱਤੇ ਧਿਆਨ ਕਰਦੇ ਹਾਂ, ਚੱਲਦੇ ਫਿਰਦੇ ਉੱਠਦੇ ਬਹਿੰਦੇ ਕੰਮਾਂ ਕਾਰਾਂ ਦੇ ਉੱਪਰ, ਤਾਂ ਮੇਰੇ ਜੀਜੋ ਕਦੀ ਵੀ ਇਹ ਵਿਸ਼ਾ ਦੀ ਪੋਥੀ ਜਿਹੜੀ ਆ ਤੁਹਾਡੇ ਮੂੰਹ ਤੋਂ ਵੱਖਰੀ ਨਹੀਂ ਜਦੋਂ ਹੁੰਦੀ, ਤਾਂ ਮੇਰੇ ਜੀਜੋ ਫੇਰ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਤੂੰ ਜਿੱਥੇ ਵੀ ਜਾਵੇਂ ਤੂੰ ਉੱਥੇ ਸਫਲ ਹੋਵੇਗਾ। ਹਾਲੇਲੂਇਆ। ਜਿੱਥੇ ਵੀ ਤੂੰ ਜਾਵੇਂ ਉੱਥੇ ਤੂੰ ਸਫਲ ਹੋਵੇਗਾ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ ਤੁਹਾਨੂੰ ਸਫਲ ਕਰਨਗੇ ਮੇਰੇ ਜੀਜੋ। ਹਰ ਗੱਲ ਵਿੱਚ, ਹਰ ਕੰਮ ਵਿੱਚ, ਜਿੱਥੇ ਵੀ ਤੁਸੀਂ ਜਾਓ ਉੱਥੇ ਤੁਸੀਂ ਸਫਲ ਹੋਵੋਗੇ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਜਿੱਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਨਾਲ ਆ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਜਦੋਂ ਆਪਣੇ 2 ਸਟੈਪ ਜਿਹੜੇ ਪਹਿਲਾਂ ਤੁਹਾਨੂੰ ਦੱਸੇ ਉਸ ਨੂੰ ਪੂਰਾ ਕਰਕੇ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਜੋੜ ਲੈਣੇ ਮੇਰੇ ਜੀਜੋ, ਤਾਂ ਫਿਰ ਪਰਮੇਸ਼ਰ ਕਹਿੰਦਾ ਜਿੱਥੇ ਵੀ ਤੁਸੀਂ ਜਾਵੋਗੇ ਉੱਥੇ ਮੈਂ ਤੁਹਾਡੇ ਨਾਲ ਹੋਵਾਂਗਾ ਤੇ ਤੁਹਾਨੂੰ ਹਰ ਗੱਲ ਵਿੱਚ ਮੈਂ ਤੁਹਾਨੂੰ ਕੀ ਕਰਾਂਗਾ, ਸਫਲ ਕਰਾਂਗਾ ਮੇਰੇ ਜੀਜੋ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਣਾ ਹੈ ਵਿਸਤਾ ਦੀ ਕਿਤਾਬ ਉਹਦਾ 28 ਬਾਬ, ਵਿਸਤਾ ਦੀ ਕਿਤਾਬ ਉਹਦਾ 28 ਬਾਬ ਉਹਦੀ ਪਹਿਲੀ ਆਇਤ ਤੋਂ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਲਿਖਿਆ, ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ। ਹਾਲੇਲੂਇਆ। ਦੇਖੋ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਬਤਾਉਣੀਆਂ ਸ਼ੁਰੂ ਕਰ ਦਿੰਦੇ ਆ, ਤਾਂ ਵਿਸਤਾਰ ਦੀ ਕਿਤਾਬ 28 ਬਾਬ ਦੀ ਪਹਿਲੀ ਆਇਤ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੀ। ਕਿੱਦਾਂ ਆਵਾਜ਼ ਸੁਣਨੀ ਆ? ਮਨ ਲਾ ਕੇ ਮੇਰੇ ਜੀਜੋ, ਦਿਲੋਂ ਆਵਾਜ਼ ਸੁਣਨੀ ਹੈ ਪਰਮੇਸ਼ਰ ਦੇ ਵਚਨ ਨੂੰ ਪੜ੍ਹਨ ਦੇ ਲਈ, ਸੁਣਨ ਦੇ ਲਈ। ਦਿਲੋਂ ਅਸੀਂ ਮਨ ਲਾ ਕੇ ਕੀ ਕਰਨਾ ਹੈ? ਮਨ ਲਾ ਕੇ ਉਹਦੀ ਆਵਾਜ਼ ਨੂੰ ਸੁਣੋ ਅਤੇ ਉਸਦੇ ਸਾਰੇ ਹੁਕਮਾਂ ਦੇ ਉੱਪਰ ਕੀ ਕਰੋ? ਹਾਲੇਲੂਇਆ। ਉਹਦੀ ਪਾਲਣਾ ਕਰਕੇ ਉਹਨੂੰ ਪੂਰਾ ਕਰੋ। ਉਹਦੇ ਸਾਰੇ ਹੁਕਮ ਜਿਹੜੀ ਆ ਸੁਣ ਕੇ ਤੇ ਉਹਦੀ ਪਾਲਣਾ ਕਰੋ ਮੇਰੇ ਜੀਜੋ, ਤਾਂ ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ, ਪਰਮੇਸ਼ਰ ਪ੍ਰਭੂਆਂ ਦੇ ਪ੍ਰਭੂ ਯਹੋਵਾ ਪਰਮੇਸ਼ਰ ਜਿਹੜੇ ਇੱਥੇ ਪੁਰਾਣੇ ਆਤਨਾਮ ਦੇ ਵਿੱਚ ਯਹੋਵਾ ਪਰਮੇਸ਼ਰ ਪਰ ਹੈ ਉਹ ਯਿਸੂ ਮਸੀਹ ਪਰਮੇਸ਼ਰਾਂ ਦੇ ਪਰਮੇਸ਼ਰ, ਪ੍ਰਭੂਆਂ ਦੇ ਪ੍ਰਭੂ, ਰਾਜਿਆਂ ਦੇ ਰਾਜਾ ਪਰਮੇਸ਼ਰ ਦੇ ਵਚਨ ਲਿਖਿਆ ਆਦਿ ਔਰ ਅੰਤ ਮੈਂ ਹੈ, ਅਲਫਾ ਔਰ ਓਮੇਗਾ ਮੈਂ ਹੈ ਔਰ ਅਗਲਾ ਔਰ ਪਿਛਲਾ ਮੈਂ। ਹਾਲੇਲੂਇਆ। ਵੱਖਰੇ ਵੱਖਰੇ ਨਾਮਾਂ ਦੇ ਨਾਲ ਪਰਮੇਸ਼ਰ ਨੂੰ ਪੁਕਾਰਿਆ ਜਾਂਦਾ ਸੀ ਪਹਿਲਾਂ, ਪਰ ਹੈ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਇੱਕੋ ਹੀ ਪਰਮੇਸ਼ਰ ਆ ਮੇਰੇ ਜੀਜੋ। ਹਾਲੇਲੂਇਆ। ਲਿਖਿਆ ਪਾਲਣਾ ਕਰੋ ਤੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ। ਹਾਲੇਲੂਇਆ। ਪਤਾ ਨਹੀਂ ਕਿੰਨੀਆਂ ਕੁ ਕੌਮਾਂ ਆ ਇਸ ਦੇਸ਼ ਦੇ ਵਿੱਚ, ਇਸ ਆਲ ਵਰਲਡ ਦੇ ਵਿੱਚ ਕਿੰਨੀਆਂ ਕੌਮਾਂ, ਪਰ ਕਹਿੰਦਾ ਲਿਖਿਆ ਕਿ ਮੈਂ ਤੁਹਾਨੂੰ ਸਾਰੀਆਂ ਕੌਮਾਂ ਤੋਂ ਕੀ ਕਰਾਂਗਾ? ਉੱਚਾ ਕਰਾਂਗਾ ਮੇਰੇ ਜੀਜੋ। ਅੱਜ ਅਸੀਂ ਉੱਚਾ ਹੋਣਾ ਚਾਹੁੰਦੇ ਹਾਂ ਯਿਸੂ ਮਸੀਹ ਨਾਸਰੀ ਪਰਮੇਸ਼ਰ ਯਹੋਵਾ ਪਰਮੇਸ਼ਰ ਦੇ ਨਾਮ ਦੇ ਵਿੱਚ ਅਸੀਂ ਉੱਚਾ ਹੋਣਾ ਚਾਹੁੰਦੇ ਹਾਂ, ਤਾਂ ਅੱਜ ਅਸੀਂ ਉਹਦੀ ਆਵਾਜ਼ ਨੂੰ ਮਨ ਲਾ ਕੇ ਸੁਣੀਏ ਤੇ ਮੇਰੇ ਜੀਜੋ, ਤੇ ਉਹਦੇ ਸਾਰੇ ਹੁਕਮਾਂ ਨੂੰ ਪੂਰਾ ਕਰੀਏ। ਜੋ ਪਰਮੇਸ਼ਰ ਦੇ ਵਚਨ 'ਚ ਹੁਕਮ ਲਿਖੇ ਆ ਉਹਨਾਂ ਨੂੰ ਸਾਰਿਆਂ ਨੂੰ ਪੂਰਾ ਕਰੀਏ, ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰਾਂਗਾ? ਉੱਚਾ ਕਰਾਂਗਾ ਮੇਰੇ ਜੀਜੋ। ਹਾਲੇਲੂਇਆ। ਜੇ ਅਸੀਂ ਸੱਚਮੁੱਚ ਅੱਜ ਉੱਚਾ ਹੋਣਾ ਚਾਹੁੰਦੇ ਸਾਰੀਆਂ ਕੌਮਾਂ ਤੋਂ, ਤਾਂ ਪਰਮੇਸ਼ਰ ਦੀ ਆਵਾਜ਼ ਨੂੰ ਮਨ ਲਾ ਕੇ ਸੁਣੀਏ, ਤਾਂ ਪਰਮੇਸ਼ਰ ਹਮੇਸ਼ਾ ਸਾਨੂੰ ਕਹਿੰਦੇ ਆ ਕਿ ਜਿੱਥੇ ਵੀ ਤੂੰ ਜਾਵੇਂਗਾ ਉੱਥੇ ਤੂੰ ਸਫਲ ਹੋਵੇਂਗਾ। ਹਾਲੇਲੂਇਆ। ਮੈਂ ਤੈਨੂੰ ਸਫਲ ਕਰਾਂਗਾ। ਲਿਖਿਆ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸ਼ਾ ਤੁਹਾਡੇ ਉੱਤੇ ਆਉਣਗੀਆਂ। ਹਾਲੇਲੂਇਆ। ਕਹਿੰਦੇ ਲਿਖਿਆ ਕਿ ਜੇਕਰ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਕੀ ਕਰੋ? ਮਨ ਲਾ ਕੇ ਸੁਣੋ, ਤਾਂ ਇਹ ਸਾਰੀਆਂ ਆਸ਼ਾ ਜਿਹੜੀਆਂ ਆ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ ਮੇਰੇ ਜੀ। ਹਾਲੇਲੂਇਆ। ਬਹੁਤ ਸਾਰੇ ਲੋਕ ਆਪਾਂ ਕੀ ਕਰਦੇ ਆ ਕਿ ਅਸੀਂ ਆਸ਼ਾ ਦੇ ਪਿੱਛੇ ਦੌੜਦੇ ਆ। ਹਾਲੇਲੂਇਆ। ਚੰਗਿਆਈ ਦੇ ਪਿੱਛੇ ਦੌੜਦੇ ਆ, ਪੈਸੇ ਦੇ ਪਿੱਛੇ ਦੌੜਦੇ ਆ,
ਹੋਰ ਬਹੁਤ ਸਾਰੀਆਂ ਵੀ ਸਾਨੂੰ ਆਸ਼ਾ ਮਿਲ ਜਾਣ, ਦੌੜਦੇ ਆ ਮੇਰੇ ਜੀਜੋ। ਪਰ ਪਰਮੇਸ਼ਰ ਦਾ ਵਚਨ ਅੱਜ ਸਾਨੂੰ ਇਹ ਕਹਿੰਦਾ ਮੇਰੇ ਜੀਜੋ, ਲਿਖਿਆ ਹੈ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਆਸ਼ਾ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ। ਹਾਲੇਲੂਇਆ। ਕੀ ਕਰਨਾ ਆਪਾਂ? ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਅਸੀਂ ਉਹਦੀ ਆਵਾਜ਼ ਨੂੰ, ਜਿਹੜੀ ਆ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ ਮੇਰੇ ਜੀਜੋ। ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ। ਪਰਮੇਸ਼ਰ ਦੀ ਆਵਾਜ਼ ਨੂੰ ਸੁਣੋਗੇ ਕਿੱਦਾਂ? ਇਹ ਪਰਮੇਸ਼ਰ ਦਾ ਵਚਨ ਜਿਹੜਾ ਲਿਖਿਆ ਕਿ ਇਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਦਿਨ ਰਾਤ ਤੂੰ ਇਹਦੇ ਉੱਤੇ ਧਿਆਨ ਕਰ। ਤਾਂ ਯਹੋਵਾ ਪਰਮੇਸ਼ਰ ਕਹਿੰਦਾ ਤੇ ਮੈਂ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰਾਂਗਾ? ਉੱਚਾ ਕਰਾਂਗਾ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਤਾਂ ਜਿਹੜੀਆਂ ਆਸ਼ਾਂ ਦੇ ਪਿੱਛੇ ਆਪਾਂ ਸਾਰੇ ਦੌੜੇ ਫਿਰਦੇ ਆ, ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਪਿੱਛੇ ਪਿੱਛੇ ਪੈ ਕੇ ਤੁਹਾਨੂੰ ਇਹ ਸਾਰੀਆਂ ਆਸ਼ਾਂ ਮਿਲਣਗੀਆਂ। ਹਾਲੇਲੂਇਆ। ਲਿਖਿਆ ਪਰਮੇਸ਼ਰ ਦੇ ਵਚਨ ਚ ਕਿ ਤੂੰ ਕੱਲ ਦੇ ਲਈ ਫਿਕਰ ਨਾ ਕਰ, ਕੱਲ ਤੁਹਾਡੇ ਲਈ ਆਪ ਫਿਕਰ ਕਰੇਗਾ ਮੇਰੇ ਜੀਜੋ। ਕੱਲ ਤੁਹਾਡੇ ਲਈ ਕੀ ਕਰੇਗਾ? ਆਪ ਫਿਕਰ ਕਰੇਗਾ। ਤਾਂ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਹੈ? ਜਦ ਪਰਮੇਸ਼ਰ ਦੇ ਵਚਨ 'ਚ ਲਿਖਿਆ ਤੂੰ ਕੱਲ ਦੇ ਲਈ ਫਿਕਰ ਨਾ ਕਰ, ਕੱਲ ਤੁਹਾਡੇ ਲਈ ਆਪ ਫਿਕਰ ਕਰੇਗਾ, ਤਾਂ ਮੇਰੇ ਜੀਜੋ ਫਿਰ ਕਈ ਵਾਰ ਅਸੀਂ ਕੀ ਕਰਦੇ ਹਾਂ? ਅਸੀਂ ਆਪ ਹੀ ਫਿਕਰ ਕਰਨਾ ਸ਼ੁਰੂ ਕਰਦੇ ਨੇ। ਤੇ ਫਿਰ ਪਰਮੇਸ਼ਰ ਕਹਿੰਦੇ ਤੁਸੀਂ ਆਪ ਹੀ ਫਿਕਰ ਕਰਕੇ ਕਰ ਲਓ ਜੋ ਕੁਝ ਕਰਨਾ। ਹਾਲੇਲੂਇਆ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਕੱਲ ਦੇ ਲਈ ਫਿਕਰ ਨਹੀਂ ਕਰਨਾ ਹੈ, ਕੱਲ ਤੁਹਾਡੇ ਲਈ ਆਪ ਫਿਕਰ ਕਰੇਗਾ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਕੀ ਆ? ਸਿਰਫ ਤੇ ਸਿਰਫ ਕੀ ਕਰਨਾ ਹੈ? ਪਰਮੇਸ਼ਰ ਦੀ ਆਵਾਜ਼ ਨੂੰ ਮਨ ਲਾ ਕੇ ਸੁਣਨਾ ਹੈ। ਤਾਂ ਉਹਦੇ ਵਿੱਚ ਜਿਹੜੇ ਸਾਰੇ ਹੁਕਮ ਆ ਉਹਨਾਂ ਨੂੰ ਮਨ ਲਾ ਕੇ ਸੁਣਨਾ, ਉਹਦੀ ਆਵਾਜ਼ ਨੂੰ ਮਨ ਲਾ ਕੇ ਸੁਣਨਾ, ਤਾਂ ਉਹਦੇ ਸਾਰੇ ਹੁਕਮਾਂ ਨੂੰ ਜਿਹੜਾ ਆ ਪੂਰਾ ਕਰਨਾ। ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰਾਂਗਾ। ਤੇ ਜਿਹੜੀਆਂ ਆਸ਼ਾ ਦੇ ਪਿੱਛੇ ਤੁਸੀਂ ਦੌੜੇ ਫਿਰਦੇ ਆ, ਉਹ ਤੁਹਾਡੇ ਪਿੱਛੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ ਮੇਰੇ ਜੀਜੋ। ਲਿਖਿਆ ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ। ਕਹਿੰਦਾ ਜਿੱਥੇ ਕਿਤੇ ਵੀ ਘੁੰਮਣਾ, ਲਿਖਿਆ ਕਿ ਮੁਬਾਰਕ ਹੋਵੇ ਤੁਸੀਂ ਸ਼ਹਿਰ ਵਿੱਚ ਆ ਜਾਂ ਖੇਤ ਵਿੱਚ ਆ ਜਾਂ ਕਿਸੇ ਪਾਸੇ ਵੀ ਆ ਤੁਸੀਂ, ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਉੱਥੇ ਹੀ ਮੁਬਾਰਕ ਕਰਾਂਗਾ ਮੇਰੇ ਜੀਜੋ। ਹਾਲੇਲੂਇਆ। ਮੁਬਾਰਕ ਹੋਵੋਗੇ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਕੀ ਆ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਹਾਲੇਲੂਇਆ। ਕਿ ਮੁਬਾਰਕ ਕਹਿੰਦਾ ਲਿਖਿਆ ਕਿ ਤੁਹਾਡਾ ਤੁਸੀਂ ਮੁਬਾਰਕ ਹੋਵੋਗੇ ਤੁਹਾਡੇ ਸਰੀਰ ਦਾ, ਕਹਿੰਦਾ ਮੁਬਾਰਕ ਹੋਵੇ ਤੁਹਾਡੇ ਸਰੀਰ ਦਾ ਫਿਰ ਕਿ ਬੱਚੇ ਤੁਹਾਡੇ ਜਿਹੜੇ ਆ ਉਹ ਮੁਬਾਰਕ ਹੋਣਗੇ, ਤੁਹਾਡੇ ਕਹਿਣੇ ਕਾਰ ਹੋਣਗੇ। ਜੋ ਤੁਸੀਂ ਪਰਮੇਸ਼ਰ ਦੇ ਆਪਣੇ ਬੱਚਿਆਂ ਨੂੰ ਸਿਖਾਓਗੇ, ਪਰਮੇਸ਼ਰ ਉਹਨਾਂ ਦੇ ਵਿੱਚ ਤੁਹਾਡੀ ਮਦਦ ਕਰੇਗਾ ਉਹਨਾਂ ਨੂੰ ਸਿਖਾਉਣ ਦੇ ਵਿੱਚ, ਤੇ ਬੱਚੇ ਸਿੱਖ ਕੇ ਪਰਮੇਸ਼ਰ ਦੇ ਵਿੱਚ ਚੱਲਣਗੇ ਮੇਰੇ ਜੋ ਮੁਬਾਰਕ ਹੋਣਗੇ। ਹਾਲੇਲੂਇਆ। ਤੁਹਾਡੀ ਜ਼ਮੀਨ ਦਾ ਫਲ, ਕਹਿੰਦਾ ਜੋ ਵੀ ਜ਼ਮੀਨ ਦੇ ਵਿੱਚ ਤੁਸੀਂ ਬੀਜੋਗੇ, ਹਾਲੇਲੂਇਆ, ਬਹੁਤ ਜ਼ਿਆਦਾ ਫਲ ਜਿਹੜਾ ਆ ਉਹ ਜ਼ਮੀਨ ਦੇ ਵਿੱਚ ਜੋ ਤੁਸੀਂ ਬੀਜਿਆ ਉਹ ਬਹੁਤ ਸਾਰਾ ਫਲ ਲਿਆਉਣਗੇ। ਹਾਲੇਲੂਇਆ। ਅਤੇ ਤੁਹਾਡੇ ਡੰਗਰ ਦਾ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਹਾਲੇਲੂਇਆ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ। ਹਾਲੇਲੂਇਆ। ਤੁਹਾਡੀ ਕਹਿਣ ਦਾ ਮਤਲਬ ਕਿ ਹਰ ਚੀਜ਼ ਤੁਹਾਡੀ ਮੁਬਾਰਕ ਪਰਮੇਸ਼ਰ ਕਰ ਦੇਗਾ ਮੇਰੇ ਜੀਜੋ। ਹਰ ਚੀਜ਼ ਨੂੰ ਮੁਬਾਰਕਬਾਦ ਦੇ ਦੇਗਾ ਪਰਮੇਸ਼ਰ। ਹਾਲੇਲੂਇਆ। ਤੇ ਲਿਖਿਆ ਕਿ ਮੁਬਾਰਕ ਹੋਵੇਗੀ ਤੁਸੀਂ ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਪਰਾਤੜਾ। ਖਾਰੀ ਕੀ ਹੈ? ਜਿਹਦੇ ਵਿੱਚ ਤੁਸੀਂ ਰੋਟੀਆਂ ਰੱਖਦੇ ਮੇਰੇ ਜੋ ਖਾਰੀ ਆ, ਕਹਿੰਦਾ ਮੁਬਾਰਕ ਕਰ ਦੇਗਾ। ਥੋੜੀਆਂ ਰੋਟੀਆਂ ਹੋਣਗੀਆਂ, ਉਹਦੇ ਚ ਰੋਟੀਆਂ ਜ਼ਿਆਦਾ ਹੋ ਜਾਣਗੀਆਂ, ਕਿਉਂਕਿ ਪਰਮੇਸ਼ਰ ਦੇ ਆਵਾਜ਼ ਨੂੰ ਜਦੋਂ ਤੁਸੀਂ ਮਨ ਲਾ ਕੇ ਸੁਣਦੇ ਤੇ ਉਹਦੇ ਹੁਕਮਾਂ ਨੂੰ ਮੰਨਦੇ ਆ, ਤਾਂ ਫਿਰ ਪਰਮੇਸ਼ਰ ਕਹਿੰਦਾ ਇਹ ਆਸ਼ਾਂ ਜਿਹੜੀਆਂ ਮੈਂ ਤੁਹਾਨੂੰ ਦਿਆਂਗਾ। ਹਾਲੇ ਮੁਬਾਰਕ ਹੋਵੇਗੀ ਤੁਹਾਡੀ ਖਾਰੀ ਤੇ ਮੁਬਾਰਕ ਹੋਵੇਗਾ ਤੁਹਾਡਾ ਪਰਾਤੜਾ ਮੇਰੇ ਜੀਜੋ। ਹਾਲੇ ਪਰਾਤੜਾ ਮਤਲਬ ਕੀ ਆ? ਪਰਾਤੜੇ ਥੋੜਾ ਆਟਾ ਹੋਏਗਾ, ਖਾਣ ਵਾਲੇ ਜ਼ਿਆਦਾ ਹੋਣਗੇ, ਤਾਂ ਪਰਮੇਸ਼ਰ ਉਹਦੇ ਵਿੱਚ ਵੀ ਬਹੁਤ ਵੱਡੀ ਬਰਕਤ ਪਾ ਦੇਗਾ। ਹਾਲੇਲੂਇਆ। ਖਾਣ ਵਾਲੇ ਜ਼ਿਆਦਾ ਆ, ਆਟਾ ਥੋੜਾ ਆ, ਜਿੰਨੇ ਮਰਜ਼ੀ ਹੋਣ ਖਾਣ ਵਾਲੇ, ਤਾਂ ਮੇਰੇ ਜੀਜੋ ਪਰਮੇਸ਼ਰ ਕਹਿੰਦਾ ਉੱਥੇ ਵੀ ਮੈਂ ਤੁਹਾਡੀ ਪਰਾਤ ਨੂੰ ਵੀ ਮੁਬਾਰਕ ਕਰ ਦੇਵਾਂਗਾ, ਤੁਹਾਡੀ ਖਾਰੀ ਨੂੰ ਵੀ ਮੁਬਾਰਕਬਾਦ ਕਰ ਦੇਵਾਂਗਾ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਕੀ ਆ? ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਕਿ ਉਹਦੀ ਆਵਾਜ਼ ਨੂੰ ਮਨ ਲਾ ਕੇ ਸੁਣਨਾ ਹੈ ਤੇ ਉਹਦੇ ਹੁਕਮਾਂ ਦੇ ਉੱਪਰ ਚੱਲਣਾ ਆ, ਤੇ ਬਾਕੀ ਦੀਆਂ ਸਾਰੀਆਂ ਬਰਕਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਆਪਣੀ ਸ਼ਾਹੀ ਖਜ਼ਾਨੇ ਦੇ ਵਿੱਚੋਂ ਮੈਂ ਤੁਹਾਨੂੰ ਦੇ ਦਿਆਂਗਾ। ਉਹ ਆਸ਼ਾ ਜਿਨ੍ਹਾਂ ਦੇ ਪਿੱਛੇ ਤੁਸੀਂ ਦੌੜੇ ਫਿਰਦੇ ਆ, ਪਰਮੇਸ਼ਰ ਕਹਿੰਦੇ ਆ ਕਿ ਮੈਂ ਉਹ ਆਸ਼ਾ ਤੁਹਾਡੇ ਪਿੱਛੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਯਹੋਵਾ ਤੁਹਾਡੇ ਬੈਰੀਆਂ ਨੂੰ ਜਿਹੜੇ ਤੁਹਾਡੇ ਵਿਰੋਧ ਉੱਠਦੇ ਹਨ ਤੁਹਾਡੇ ਅੱਗੇ ਮਰਵਾ ਛੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ ਅਤੇ ਸੱਤੀ ਰਾਹੀਂ ਹੋ ਕੇ ਤੁਹਾਡੇ ਅੱਗੇ ਨੱਠ ਜਾਣਗੇ। ਜਿਹੜੇ ਤੁਹਾਡੇ ਵਿਰੋਧੀ ਆ, ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਉੱਠਦੇ ਮੇਰੇ ਜੀਜੋ, ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਇੱਕ ਰਾਹ ਥਾਣੀ ਉਹ ਆਉਣਗੇ
ਸਖਤੀ ਰਾਹੀਂ ਕੀ ਆ ਉਹ ਵਾਪਸ ਦੌੜ ਜਾਣਗੇ। ਜਿਹੜੇ ਤੁਹਾਡੇ ਵਿਰੋਧੀ ਆ, ਜਿਹੜੇ ਤੁਹਾਡੇ ਵਿਰੋਧ